और ये ਜਿਹੜੀ ਉਹਨਾਂ ਨੇ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਜੰਮੂ ਕਸ਼ਮੀਰ ਤੋਂ ਹੈਰੋਇਨ ਲੈ ਕੇ ਆ ਰਹੇ ਸੀਗੇ 13 ਕਿਲੋ ਔਰ ਅੱਗੇ ਇਹਨਾਂ ਨੇ ਹਨੂਮਾਨਗੜ੍ਹ ਰਾਜਸਥਾਨ 'ਚ ਲੈ ਕੇ ਜਾਣੇ ਸੀਗੇ। ਸੋ ਇਹ ਦੋ ਬੰਦੇ ਕਾਊਂਟਰ ਇੰਟੈਲੀਜੈਂਸ ਵਿੰਗ ਜਿਹੜਾ ਅੰਮ੍ਰਿਤਸਰ ਸਾਡਾ ਜਿਹੜਾ ਉਹ ਉਹਨਾਂ ਨੇ ਅਰੈਸਟ ਕੀਤੇ ਆ। ਔਰ ਜੋ ਇਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਜਿਹੜੇ ਦੋ ਬੰਦੇ ਅੱਗੇ ਇਹਨਾਂ ਨੇ ਫਰਦਰ ਆਇਡੈਂਟੀਫਾਈ ਕੀਤੇ ਆ ਉਹਦੇ ਸਬੰਧ 'ਚ ਜਿਹੜਾ ਸਾਡਾ ਕਾਊਂਟਰ ਇੰਟੈਲੀਜੈਂਸ ਵਿੰਗ ਆ ਉਹ ਰਾਜਸਥਾਨ ਪੁਲਿਸ ਦੇ ਨਾਲ ਟੱਚ 'ਚ ਆ। ਔਰ ਇਹ ਜਿਹੜਾ ਨੈਕਸਸ ਆ ਜਿਹੜਾ ਕਿ ਜੰਮੂ ਕਸ਼ਮੀਰ ਤੋਂ ਲੈ ਕੇ ਪੰਜਾਬ ਨੂੰ ਟ੍ਰਾਂਜ਼ਿਟ ਰੂਟ ਦੇ ਤੌਰ ਤੇ ਯੂਜ਼ ਕਰਕੇ ਅੱਗੇ ਰਾਜਸਥਾਨ ਲੈ ਕੇ ਜਾਣੀ ਸੀਗੀ, ਉਹ ਸਾਰਾ ਨੈਕਸਸ ਜਿਹੜਾ ਉਹਦੇ ਨਾਲ ਬ੍ਰੇਕ ਹੋਏਗਾ। ਤੇ ਅੱਜ ਹੀ ਇਹਨਾਂ ਨੂੰ ਅਰੈਸਟ ਕੀਤਾ ਹੈ ਔਰ ਬਾਕੀ ਪੁੱਛਗਿੱਛ ਜਿਹੜੀ ਇਹਨਾਂ ਦੀ ਫਰਦਰ ਜਾਰੀ ਹੈ ਇਸ ਕੇਸ ਦੇ ਵਿੱਚ। ਇਹ ਅਜੇ ਤੱਕ ਜੋ ਮੁੱਢਲੀ ਪੁੱਛਗਿੱਛ ਤੋਂ ਆ ਕਿ ਹਨੂਮਾਨਗੜ੍ਹ ਦੇ ਏਰੀਆ 'ਚ ਲੈ ਕੇ ਜਾਣੀ ਸੀ। ਦੂਸਰਾ ਜਿਹੜਾ ਸਾਡਾ ਸਪੈਸ਼ਲ ਕੈਂਪੇਨ ਡਰੱਗਸ ਦਾ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਤੇ ਚੱਲ ਰਿਹਾ ਹੈ, ਉਹਦੇ 'ਚ ਇਸ ਹਫਤੇ ਦੇ ਵਿੱਚ ਪੰਜਾਬ ਪੁਲਿਸ ਨੇ 258 FIR ਦਰਜ ਕੀਤੀਆਂ, ਜਿਹਦੇ 'ਚ 366 ਅਕਿਊਜ਼ ਜਿਹੜੇ ਨੇ ਅਰੈਸਟ ਕੀਤੇ ਆ। ਇਹਨਾਂ ਵਿੱਚੋਂ 258 ਦੇ ਵਿੱਚੋਂ 28 FIR ਜਿਹੜੀਆਂ ਨੇ ਕਮਰਸ਼ੀਅਲ ਕੁਆਂਟੀਟੀ ਦੀਆਂ, 199 FIR ਮੀਡੀਅਮ ਕੁਆਂਟੀਟੀ ਦੀਆਂ ਤੇ 41 FIR ਜਿਹੜੀਆਂ ਨੇ ਉਹ ਸਮਾਲ ਕੁਆਂਟੀਟੀ ਦੀਆਂ। ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ 28 FIR ਨੇ ਉਹਦੇ ਵਿੱਚ 37 ਜਿਹੜੇ ਵੱਡੇ ਸਮਗਲਰ ਅਰੈਸਟ ਕੀਤੇ ਗਏ। ਟੋਟਲ ਜਿਹੜੀਆਂ FIR ਦਰਜ ਹੋਈਆਂ ਉਹਦੇ 'ਚ ਸਭ ਤੋਂ ਵੱਧ FIR 25 ਫਿਰੋਜ਼ਪੁਰ 'ਚ ਦਰਜ ਹੋਈਆਂ, 19 ਹੁਸ਼ਿਆਰਪੁਰ 'ਚ ਤੇ 16 ਕਪੂਰਥਲਾ ਦੇ ਵਿੱਚ। ਜਿਹੜੀਆਂ ਕਮਰਸ਼ੀਅਲ ਕੁਆਂਟੀਟੀ ਦੀਆਂ FIR ਨੇ ਉਹ 'ਚ ਸਭ ਤੋਂ ਵੱਧ ਹੁਸ਼ਿਆਰਪੁਰ 'ਚ 5 ਦਰਜ ਹੋਈਆਂ, 2 FIR ਪਟਿਆਲੇ 'ਚ ਔਰ 2 ਜਿਹੜੀਆਂ ਨੇ SAS ਨਗਰ ਮੋਹਾਲੀ ਦੇ ਵਿੱਚ ਦਰਜ ਹੋਈਆਂ। ਰਿਕਵਰੀ ਜਿਹੜੀ ਪਿਛਲੇ ਹਫਤੇ ਦੀ ਹੋਈ ਹੈ ਉਹ 8 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਹੈ, 7 ਕਿਲੋ OPM ਦੀ ਰਿਕਵਰੀ ਹੋਈ ਹੈ, 19 ਕੁਇੰਟਲ ਪੌਪੀ ਹਸਕ ਦੀ ਰਿਕਵਰੀ ਹੈ, 1 ਕਿਲੋ ਭੰਗ, 17 ਕਿਲੋ ਗਾਂਜਾ ਰਿਕਵਰ ਹੋਇਆ ਹੈ, 2 ਕਿਲੋ ਨਾਰਕੋਟਿਕ ਪਾਊਡਰ ਔਰ ਕਾਫੀ ਵੱਡੀ ਕੁਆਂਟੀਟੀ ਦੇ ਵਿੱਚ ਜਿਹੜੀ ਹੈ ਡਰੱਗ ਮਨੀ ਰਿਕਵਰ ਹੋਈ ਹੈ। 1 ਕਰੋੜ 22 ਲੱਖ 36,290 ਰੁਪਏ ਡਰੱਗ ਮਨੀ ਰਿਕਵਰ ਹੋਈ ਹੈ। POs ਅਬਸਕੌਂਡਰ ਤੇ ਜਿਸ ਤਰ੍ਹਾਂ ਕੈਂਪੇਨ ਸਪੈਸ਼ਲ ਚੱਲ ਰਿਹਾ, 15 ਜਿਹੜੇ ਨੇ PO ਅਰੈਸਟ ਹੋਏ। ਮੈਡੀਕਲ ਜਿਹੜੀਆਂ ਪਿਲਸ ਨੇ ਔਰ ਜਿਹੜੇ ਮੈਡੀਕਲ ਡਰੱਗਸ ਨੇ ਉਹ 59,324 ਯੂਨਿਟਸ ਉਹਦੇ ਜਿਹੜੇ ਨੇ ਉਹ ਸੀਜ਼ ਕੀਤੇ ਗਏ ਨੇ ਇਸ ਟਾਈਮ 'ਚ। ਟੋਟਲ ਜਿਹੜੇ PO ਨੇ ਹੁਣ ਤੱਕ ਜਦੋਂ ਦੀ ਇਹ ਕੈਂਪੇਨ ਚੱਲੀ ਹੈ 2 ਜੁਲਾਈ ਨੂੰ ਆਪਾਂ ਸਟਾਰਟ ਕੀਤੀ ਸੀ ਸਪੈਸ਼ਲ ਕੈਂਪੇਨ ਜਿਹੜੀ ਆ, ਉਹ 444 PO ਹੁਣ ਤੱਕ ਅਰੈਸਟ ਹੋਏ ਆ ਸਿਰਫ ਤੇ ਸਿਰਫ NDPS ਐਕਟ ਦੇ। ਸੋ ਇਹ ਸਾਡੀਆਂ ਜਿਹੜੀਆਂ ਅਚੀਵਮੈਂਟਸ ਨੇ ਪਿਛਲੇ ਹਫਤੇ ਦੀਆਂ ਡਰੱਗਸ ਦੀਆਂ। ਹੁਣ ਤੁਸੀਂ ਕੋਈ ਕੁਐਸਚਨ ਤੁਹਾਡਾ ਹੋਵੇ। ਡਰੱਗ ਮਨੀ 1 ਕਰੋੜ 22 ਲੱਖ ਰੁਪਏ ਜਿਹੜੀ 1 ਕਰੋੜ 22 ਲੱਖ 36,290 ਰੁਪਏ ਰਿਕਵਰ ਹੋਏ ਹੈ। ਇਹ ਅਜੇ ਨਾ ਜੀ ਕਹਿਣਾ ਨਹੀਂ ਕਹਿ ਸਕਦੇ ਕਿਉਂਕਿ ਅਜੇ 2 ਬੰਦੇ ਜਿਹੜੇ ਅਰੈਸਟ ਕੀਤੇ ਆ ਉਹ ਹਨੂਮਾਨਗੜ੍ਹ ਦੇ ਰਹਿਣ ਵਾਲੇ ਆ, ਲੈ ਕੇ ਜੰਮੂ ਕਸ਼ਮੀਰ ਤੋਂ ਆ ਰਹੇ ਸੀ। ਉਹ ਸੁਖਬੀਰ ਸਿੰਘ ਆ ਇੱਕ ਦਾ ਨਾਮ, ਇੱਕ ਦਾ ਨਾਮ ਬਿੰਦੂ ਸਿੰਘ ਆ। ਔਰ ਇਹ ਦੋਨੋਂ ਜਿਹੜੇ ਆ ਅੱਗੇ ਫਰਦਰ ਹਨੂਮਾਨਗੜ੍ਹ ਜੋ ਇਹਨਾਂ ਨੇ ਅਜੇ ਮੁੱਢਲੀ ਪੁੱਛਗਿੱਛ ਤੋਂ ਦੱਸਿਆ ਹੈ। ਹੁਣ ਜਦੋਂ ਰਾਜਸਥਾਨ ਪੁਲਿਸ ਨਾਲ ਵੀ ਸਾਡੀ ਟੀਮ ਟੱਚ 'ਚ ਆ, ਜਦੋਂ ਪ੍ਰੋਪਰ ਇੰਟੈਰੋਗੇਸ਼ਨ ਹੋਏਗੀ ਇਹਨਾਂ ਦੀ ਉਦੋਂ ਸਾਰੇ ਫੈਕਟਸ ਰਿਵੀਲ ਹੋਣਗੇ। ਜਿੱਥੋਂ ਲੈ ਕੇ ਆਏ ਸੀਗੇ ਉਹ ਬੈਕਵਰਡ ਲਿੰਕੇਜ ਲੱਭਿਆ ਜਾਏਗਾ। ਫਿਰ ਜਿਹੜੇ ਅੱਗੇ ਬੰਦੇ 2 ਜਿਨ੍ਹਾਂ ਦੇ ਇਹਨਾਂ ਨੇ ਨਾਮ ਲਏ ਆ ਉਹ ਵੀ ਜਲਦੀ ਪਕੜ 'ਚ ਆ ਜਾਣਗੇ। ਫਿਰ ਉਹ ਸਾਰਾ ਜਿਹੜਾ ਨੈਕਸਸ ਆ ਉਦੋਂ ਹੀ ਬ੍ਰੇਕ ਹੋਏਗਾ ਜਦੋਂ ਫੜਿਆ। ਸਰ ਇਹ 3-4 ਦਿਨ ਪਹਿਲਾਂ ਜਿਹੜਾ ਲੁਧਿਆਣਾ ਤੋਂ ਇੱਕ 20 ਕਿਲੋ ਹੀਰੋਇਨ ਦੇ ਨਾਲ ਐਕਟੀਵੀ ਨੇ ਵੀ ਤੁਹਾਡੇ ਕੋਲ ਪੰਜਾਬ ਪੁਲਿਸ ਦੀ ਕੋਆਰਡੀਨੇਸ਼ਨ ਨਾਲ ਇਹਦਾ ਕੁਝ ਲੱਗਿਆ ਪਤਾ ਕਿ ਜਿਹੜਾ ਨਹੀਂ, ਉਹਦੀ ਡਿਟੇਲ ਅਜੇ ਆਉਣੀ ਬਾਕੀ ਹੈ ਰਾਠੀ ਜੀ। ਉਹ ਐਕਚੁਅਲੀ NCB ਨੇ ਫੜਿਆ ਤੇ ਉਹ ਅਜੇ ਸਾਡੇ ਨਾਲ ਸ਼ੇਅਰ ਕਰਨੀ ਉਹਨਾਂ ਨੇ। ਅਸੀਂ ਟੱਚ 'ਚ ਆ, ਜਦੋਂ ਫਰਦਰ ਡਿਟੇਲਸ ਆਉਂਦੀਆਂ ਫਿਰ ਆਪਾਂ ਸ਼ੇਅਰ ਕਰ ਲਾਂਗੇ। ਸਰ ਤੁਸੀਂ ਹਨੂਮਾਨਗੜ੍ਹ ਦੀ ਗੱਲ ਕੀਤੀ ਤੇ ਜਿਹੜੇ ਵੀ ਗੈਂਗਸਟਰ ਦਾ ਜਿਹੜਾ ਕਨੈਕਸ਼ਨ ਹੈ ਉਹ ਲਗਾਤਾਰ ਰਾਜਸਥਾਨ, ਕਿਉਂਕਿ ਕੱਲ ਵੀ ਜਿਹੜਾ ਬੁੱਢਾ ਫੜਿਆ ਗਿਆ ਉੱਥੇ ਫੜਿਆ ਗਿਆ, ਇਹ ਸਾਰਾ ਕਨੈਕਸ਼ਨ ਕਿਸ ਤਰ੍ਹਾਂ ਆ ਰਿਹਾ ਰਾਜਸਥਾਨ ਦਾ? ਜਿਹੜੇ ਵੀ ਗੜ ਹੈ ਇਹ ਜਿਹੜਾ ਦੇਖੋ ਬਾਰਡਰ ਸਟੇਟਸ ਜਿਹੜੀਆਂ ਹੁੰਦੀਆਂ ਨੇ ਨਾ, ਜਿੱਦਾਂ ਹੁਣ ਰਾਜਸਥਾਨ ਹਰਿਆਣਾ ਬਾਰਡਰ ਸਟੇਟ ਆਪਣੇ ਨਾਲ ਟੱਚ ਕਰਦੀਆਂ ਨੇ, ਬਾਉਂਡਰੀ ਆਪਣੇ ਨਾਲ ਲੱਗਦੀ ਹੈ। ਸੋ ਇਹਨਾਂ ਦੇ ਤਾਂ ਕ੍ਰਿਮੀਨਲਸ ਵਾਸਤੇ ਤਾਂ ਕੋਈ ਬਾਉਂਡਰੀ ਨਹੀਂ ਹੈ ਜੀ, ਉਹ ਤਾਂ ਵਿਦਿਨ ਦ ਕੰਟਰੀ ਤਾਂ ਇੱਕ ਫਰੀਕੁਐਂਟ ਮੂਵਮੈਂਟ ਹੋ ਜਾਂਦੀ ਇਹਨਾਂ ਦੀ। ਸੋ ਇਹ ਸਿਰਫ ਇਹ ਹੈ ਕਿ ਇਹ ਵਾਲਾ ਜਿਹੜਾ ਪਰਟੀਕੂਲਰ ਡਰੱਗਸ ਦਾ ਇਸ਼ੂ ਆ ਇਹਦਾ ਉਹਦੇ ਨਾਲ ਕੋਈ ਲਿੰਕ ਹੈ ਕਿ ਨਹੀਂ ਲਿੰਕ ਹੈ ਇੰਨੀ ਜਲਦੀ ਨਹੀਂ ਕਿਹਾ ਜਾ ਸਕਦਾ, ਉਹ ਡਿਫਰੈਂਟ ਆ। ਬਟ ਅਦਰਵਾਈਜ਼ ਹਮੇਸ਼ਾ ਤੋਂ ਹੀ ਰਿਹਾ ਵਾ, ਇਹ ਕੋਈ ਨਵਾਂ ਨਹੀਂ ਹੈ। ਰਾਜਸਥਾਨ ਹਰਿਆਣਾ ਪੰਜਾਬ ਦੇ ਵਿੱਚ ਕ੍ਰਿਮੀਨਲਸ ਦਾ ਨੈਕਸਸ ਜਾਂ ਮੂਵਮੈਂਟ ਹਮੇਸ਼ਾ ਤੋਂ ਰਹੀ ਹੈ, ਕਿਉਂਕਿ ਇੱਕ ਤਾਂ ਮੇਨ ਰੋਡਸ ਆ ਉੱਥੋਂ। ਜੇ ਆਪਾਂ ਕੋਈ ਤੁਸੀਂ ਇੱਕ ਪੁਆਇੰਟ ਲੈ ਲਓ ਰਾਜਸਥਾਨ ਨੂੰ, ਜਿੱਦਾਂ ਸਰਸੇ ਨੂੰ ਜਾਂਦੀ ਹੈ ਜਾਂ
ਪੰਜਾਬ ਤੋਂ ਹਰਿਆਣਾ ਥਰੂ, ਜਿਹੜਾ ਹਰਿਆਣੇ ਦੇ ਥਰੂ ਰੋਡ ਜਾਂਦੀ ਡੱਬ ਵਾਲੀ ਰੋਡ, ਉਹ ਤਾਂ ਮੇਨ ਰੋਡ ਹੈ ਨਾ। ਛੋਟੇ ਛੋਟੇ ਪੁਆਇੰਟਸ ਬਹੁਤ ਜ਼ਿਆਦਾ ਨੇ, ਨਿੱਕੇ ਨਿੱਕੇ ਰਸਤੇ ਬਹੁਤ ਜ਼ਿਆਦਾ ਨੇ ਆਪਸ ਦੇ ਵਿੱਚ। ਸੋ ਇਹ ਹਮੇਸ਼ਾ ਤੋਂ ਰਿਹਾ ਹੈ, ਕੋਈ ਨਵੀਂ ਚੀਜ਼ ਨਹੀਂ ਹੈਗੀ। ਹਮੇਸ਼ਾ ਤੋਂ ਹੀ 3-4 ਸਟੇਟਸ ਜਿਹੜੀਆਂ, ਜਿੱਦਾਂ ਹਿਮਾਚਲ 'ਚ ਵੀ ਕਈ ਵਾਰੀ ਇੱਦਾਂ ਹੋ ਚੁੱਕਿਆ, ਸਾਡੇ ਕ੍ਰਿਮੀਨਲਸ ਹਿਮਾਚਲ 'ਚ ਵੀ ਅਰੈਸਟ ਹੋਏ ਆ। ਸੋ ਇੰਟਰ ਸਟੇਟ ਜਿਹੜਾ ਮੂਵਮੈਂਟ ਪਹਿਲਾਂ ਤੋਂ ਹੀ ਹੁੰਦੀ ਰਹੀ ਹੈ ਹਮੇਸ਼ਾ ਤੋਂ। ਇਹ ਸਭ ਕਾਫੀ ਚਰਚਾ ਚ ਰਿਹਾ ਕਿ ਨਰਿੰਦਰ ਰਿਸ਼ਾਦੀ ਜਿਹੜਾ ਆ ਮੌਤ ਹੋ ਗਈ ਹੈ, ਕਿ ਪੰਜਾਬ ਪੁਲਿਸ ਨੂੰ ਉਸ ਚੀਜ਼ ਦੀ ਕਨਫਰਮੇਸ਼ਨ ਨਹੀਂ, ਅਸੀਂ ਵੀ ਜੀ ਅਜੇ ਸੋਸ਼ਲ ਮੀਡੀਆ ਦੇ ਥਰੂ ਹੀ ਆ, ਕੋਈ ਸਾਡੇ ਕੋਲ ਇਹੋ ਜਿਹੀ ਇਨਫੋਰਮੇਸ਼ਨ ਨਹੀਂ ਹੈਗੀ। ਅਸੀਂ ਵੀ ਜਿੰਨਾ ਕੁ ਸਾਰਿਆਂ ਨੂੰ ਪਤਾ ਉਹਨਾਂ ਕੀ ਪਤਾ ਅਜੇ ਤੱਕ ਦੀ ਜੋ ਇਨਫੋਰਮੇਸ਼ਨ। ਜਦੋਂ ਕੋਈ ਐਕਟੀਵਿਟੀ ਹੁੰਦੀ ਸੀ, ਕੋਈ ਵਾਰਦਾਤ ਹੁੰਦੀ ਸੀ, ਫਿਰ ਆਪਾਂ ਤਕਰੀਬਨ ਆਪਾਂ ਟ੍ਰੇਸ ਆਊਟ ਕਰ ਲੈਂਦੇ ਸੀ ਕਿ ਰਿੰਦਾ ਦਾ ਹੱਥ। ਨਹੀਂ, ਉਹ ਅਸੀਂ ਐਵੀਡੈਂਸ ਦੇ ਬੇਸ ਤੇ ਕਰਦੇ ਸੀਗੇ। ਜਦੋਂ ਕੋਈ ਬੰਦਾ ਫੜਿਆ ਜਾਂਦਾ ਹੈ, ਜਦੋਂ ਕਿਸੇ ਦਾ ਨਾਮ ਲੈਂਦਾ ਹੈ, ਜਦੋਂ ਨੈਕਸਸ ਬ੍ਰੇਕ ਹੁੰਦਾ ਹੈ, ਉਹ ਐਵੀਡੈਂਸ ਬੇਸਡ ਹੁੰਦਾ ਹਮੇਸ਼ਾ ਹੀ। ਸੋ ਇਹਦੇ ਵਿੱਚ ਕਿਉਂਕਿ ਇਦਾਂ ਦਾ ਅਜੇ ਤੱਕ ਆਪਣੇ ਕੋਲ ਇਨਫੋਰਮੇਸ਼ਨ ਨਹੀਂ ਹੈਗੀ, ਸੋ ਇਹ 'ਤੇ ਟਿੱਪਣੀ ਆਪਾਂ ਦੇ ਨਹੀਂ ਸਕਦੇ ਇਸ ਚੀਜ਼ ਦੀ। ਸੈਂਟਰਲ ਏਜੰਸੀਜ਼ ਤੋਂ ਕੋਈ ਇਨਫੋਰਮੇਸ਼ਨ ਆਈ ਹੈ ਨਹੀਂ, ਅਜੇ ਆਈ ਨਹੀਂ ਕੋਈ। ਉਹੀ ਮੈਂ ਕਹਿ ਰਿਹਾ, ਓਫੀਸ਼ੀਅਲ ਇਨਫੋਰਮੇਸ਼ਨ ਕੋਈ ਨਹੀਂ ਆਈ ਅਜੇ ਪੰਜਾਬ ਪੁਲਿਸ ਕੋਲ। ਸੋ ਅਸੀਂ ਟਿੱਪਣੀ ਉਦੋਂ ਹੀ ਕਰ ਪਾਵਾਂਗੇ ਜਦੋਂ ਕੋਈ ਓਫੀਸ਼ੀਅਲ ਇਨਫੋਰਮੇਸ਼ਨ ਸਰ ਆਏ। ਗੋਲਡੀ ਬਰਾੜ ਦਾ ਵੀ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸਰ ਪੰਜਾਬ ਰੈੱਡ ਕੋਰਨਰ ਹਾਂ ਹਾਂ, ਉਹ ਕੀਤਾ ਹੋਇਆ ਜੀ, ਸਾਡੇ ਕੋਲ ਆਲਰੇਡੀ ਇਸ਼ੂਡ ਆ। ਰੈੱਡ ਕਾਰਨਰ ਨੋਟਿਸ ਦਾ ਸਭ ਤੋਂ ਪਹਿਲਾ ਸਟੈਪ ਹੁੰਦਾ, ਉਸ ਤੋਂ ਬਾਅਦ ਆਇਡੈਂਟੀਫਾਈ ਹੋਏਗਾ, ਫਿਰ ਫਰਦਰ ਐਕਸਟ੍ਰੈਡੀਸ਼ਨ ਦਾ ਪ੍ਰੋਸੈਸ ਸਟਾਰਟ ਹੋਏਗਾ। ਸੋ ਰੈੱਡ ਕਾਰਨਰ ਨੋਟਿਸ ਤਾਂ ਆਲਰੇਡੀ ਬਹੁਤ ਦੇਰ ਤੋਂ ਇਸ਼ੂਡ ਸਰ ਹੈ। ਇਹ ਡੇਰਾ ਪ੍ਰੇਮੀ ਮਰਡਰ ਮਾਮਲੇ 'ਚ ਫਿਰ ਇੱਕ ਵਾਰੀ ਜੇਲ੍ਹਾਂ 'ਚ ਸਾਹਮਣੇ ਆਇਆ ਕਿ ਜੇਲ੍ਹ 'ਚ ਬੈਠ ਕੇ ਹਰਜਿੰਦਰ ਸਿੰਘ ਰਾਜੂ ਭੋਲਾ ਇਹਨਾਂ ਨੇ ਸਾਰੀ ਜਿਹੜੀ ਪਲੈਨਿੰਗ ਕੀਤੀ ਹੈ। ਜੀ ਇਹਦੇ ਜੀ ਵਿੱਚ ਹੁਣ ਪੁਲਿਸ ਕੀ ਕਰ ਰਹੀ ਹੈ, ਕਿਉਂਕਿ ਉਹਨਾਂ ਨੇ ਖੁਲਾਸੇ ਤਾਂ ਕੀਤੇ ਜਿਹੜੇ ਸ਼ਾਹਪੁਰ ਤੋਂ ਸਾਰੇ ਬੜੇ ਗਏ। ਜੀ ਤਾਂ ਜੀ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਵੀ ਜੇਲ੍ਹਾਂ 'ਚ ਬੈਠ ਕੇ ਸਾਰੀ ਪਲੈਨਿੰਗ ਹੋਈ ਹੈ। ਭੋਲਾ ਨੇ ਹਰਜਿੰਦਰ ਰਾਜੂ ਨੂੰ ਕਿਹਾ, ਫਿਰ ਅੱਗੇ ਤੋਂ ਅੱਗੇ ਜਿਹੜੀ ਪਲੈਨਿੰਗ ਹੋਈ ਹੈ। ਦੇਖੋ, ਜਿਹੜੇ ਕ੍ਰਿਮੀਨਲਸ ਹਾਰਡਕੋਰ ਜੇਲ੍ਹ ਦੇ ਵਿੱਚ ਹੈਗੇ ਆ, ਉਹਨਾਂ ਉੱਤੇ ਤਾਂ ਆਲਰੇਡੀ ਨਿਗਾਹ ਰੱਖੀ ਜਾ ਹੀ ਰਹੀ ਆ। ਜਿੰਨੀ ਜਿਹੜੀ ਇਹ ਵਾਲਾ ਪੂਰਾ ਨੈਟਵਰਕ ਆ, ਜਿਹੜਾ ਪ੍ਰਦੀਪ ਮਰਡਰ ਕੇਸ ਦੇ ਵਿੱਚ ਵੀ, ਉਹਦੇ 'ਚ ਜਿਹੜੇ ਸ਼ੂਟਰ ਸੀਗੇ ਮੇਨ 6, ਉਹ ਸਾਰੇ ਫੜੇ ਗਏ ਆ। ਜਿਨ੍ਹਾਂ ਨੇ ਲੌਜਿਸਟਿਕ ਸਪੋਰਟ ਦਿੱਤੀ, ਉਹਦੇ ਵਿੱਚੋਂ ਵੀ ਕਾਫੀ ਫੜੇ ਗਏ ਆ। ਜਿਹੜੇ ਬੰਦਿਆਂ ਨੇ ਕਨਸਪੀਰੇਸੀ ਰਚੀ ਜੇਲ੍ਹ ਦੇ ਵਿੱਚ, ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈਂਦਾ। ਕੁਛ ਅਜੇ ਬੰਦੇ ਵਿੱਚੋਂ ਜਿਹੜੇ ਲੌਜਿਸਟਿਕ ਸਪੋਰਟ ਵਾਲੇ ਆ, ਕੁਛ ਬੰਦੇ ਅਜੇ ਫੜੇ ਜਾਣੇ ਬਾਕੀ ਆ। ਉਹ ਆਲਰੇਡੀ ਸਾਡੀ ਜਿਹੜੀਆਂ ਟੀਮਸ ਨੇ, ਫਰੀਦਕੋਟ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਆ, ਉਸ 'ਤੇ ਕੰਮ ਕਰ ਰਹੀ ਹੈ। ਸੋ ਇਹ ਵਾਲੀ ਚੀਜ਼ ਤਾਂ ਸਾਹਮਣੇ ਆਈ ਹੈ। ਇੱਥੋਂ ਹੀ ਮਤਲਬ ਹੁਣ ਹਰ ਚੀਜ਼ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਨਾ। ਕਈ ਵਾਰੀ ਬ੍ਰੇਕ ਹੀ ਇਸ ਚੀਜ਼ ਤੋਂ ਹੁੰਦਾ, ਜਿਹੜੀ ਪ੍ਰੋਐਕਟਿਵਨੈਸ ਆ ਕਿ ਪੁਲਿਸ ਨੇ ਜੇਲ੍ਹ ਦੇ ਵਿੱਚ ਬੰਦਿਆਂ ਦੀ ਕੀ ਐਕਟੀਵਿਟੀ ਆ, ਉੱਤੇ ਵੀ ਨਜ਼ਰ ਰੱਖੀ ਹੋਈ ਹੈ। ਤਦੇ ਹੀ ਤੁਸੀਂ ਦੇਖਿਆ ਹੋਣਾ, ਐਡਾ ਵੱਡਾ ਕ੍ਰਾਈਮ, ਇੰਨਾ ਸੈਂਸੇਸ਼ਨਲ ਕ੍ਰਾਈਮ, ਕੁਛ ਹੀ ਦਿਨਾਂ ਦੇ ਵਿੱਚ ਸਾਰੀਆਂ ਪਰਤਾਂ ਖੁੱਲ੍ਹ ਗਈਆਂ ਉਹਦੀਆਂ। ਮਤਲਬ ਕੁਛ ਕੁ ਦਿਨਾਂ ਦੇ ਵਿੱਚ ਸਾਰੇ ਬੰਦੇ ਫੜੇ ਗਏ। ਕੁਛ ਦਿੱਲੀ ਪੁਲਿਸ ਨੇ ਫੜੇ, ਕੁਛ ਪੰਜਾਬ ਪੁਲਿਸ ਨੇ ਫੜੇ। ਅਲਟੀਮੇਟਲੀ ਜਿਹੜਾ ਲਾਸਟ ਜਿਹੜਾ ਸ਼ੂਟਰ ਜਿਹੜਾ ਸੀਗਾ, 6ਵਾਂ ਜਿਹੜਾ ਸੀਗਾ, 6 ਹੀ ਬੰਦੇ ਸੀ ਜਿਹੜੇ ਮੇਨ ਜਿਨ੍ਹਾਂ ਨੇ ਸ਼ੂਟ ਕੀਤਾ ਸੀਗਾ, ਉਹ 6 ਦੇ 6 ਅਰੈਸਟ ਹੋ ਗਏ। ਲੇਕਿਨ ਸਰ ਸੇਮ ਇਹਨਾਂ ਦੀ ਮੋਡਸ ਆਪਰੈਂਡੀ, ਸੇਮ ਮੋਡਿਊਲ ਕੇ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ, ਉਹਦੇ ਵਿੱਚ ਵੀ ਹਰਿਆਣਾ ਦੇ ਸ਼ੂਟਰ ਇੱਥੇ ਪਹੁੰਚਦੇ ਆ। ਸੇਮ ਡੇਰਾ ਪ੍ਰੇਮੀ ਦਾ ਹੋਇਆ, ਉਹਦੇ ਵਿੱਚ ਵੀ ਹਰਿਆਣਾ ਦੇ। ਦੇਖੋ, ਇਹਦਾ ਜਿਹੜਾ ਉਹਨਾਂ ਦੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈ, ਗੋਲਡੀ ਬਰਾੜ ਦਾ ਰੋਲ ਐਸਟੈਬਲਿਸ਼ ਹੋਇਆ ਇਹਦੇ ਵਿੱਚ। ਸੋ ਉਹ ਜਿਹੜਾ ਕਨੈਕਟ ਬੰਦਾ ਜਿਹੜਾ ਹਰਿਆਣੇ ਦੇ ਸ਼ੂਟਰਸ ਦਾ, ਪੰਜਾਬ ਦੇ ਦਾ, ਉਹ ਅਲਟੀਮੇਟਲੀ ਜਿਹੜਾ ਕਿੰਗ ਪਿਨ ਆ, ਜਿਹੜਾ ਸਾਰਿਆਂ ਨਾਲ ਕੋਆਰਡੀਨੇਟ ਕਰਦਾ, ਉਹ ਉਹਦੇ ਥਰੂ ਕਰਦਾ ਵਾ। ਸੋ ਤਦੇ ਸਾਡਾ ਫੋਕਸ ਹੁਣ ਪੂਰੇ ਦਾ ਪੂਰਾ ਉਸ 'ਤੇ ਹੈ ਕਿ ਲੀਗਲ ਪ੍ਰੋਸੈਸ ਫੋਲੋ ਕਰਕੇ ਉਹਨੂੰ ਵੀ ਜਲਦੀ ਲਿਆਂਦਾ ਸਰ ਜਾਵੇ। ਲੇਕਿਨ ਇੱਕ ਗੱਲ ਹੋ ਰਹੀ ਕਿ ਤੁਸੀਂ ਕਹਿੰਦੇ ਸਾਈਬਰ ਸੈੱਲ ਐਕਟਿਵ ਹੈ ਸਾਡਾ, ਲੇਕਿਨ ਇਹ ਆਪਸ 'ਚ ਐਫਡੀ ਸੋਚ ਤੇ ਇਸ ਤਰ੍ਹਾਂ ਆਵਾਜ਼ ਚੱਲ ਰਹੀ ਹੈ, 2 ਦਿਨ ਹੋ ਗਏ ਜਿੱਦਾਂ ਦੀ ਜਿੱਦਾਂ ਸਾਜੀ ਨੇ ਗੱਲ ਕੀਤੀ, ਉਸ ਤੋਂ ਬਾਅਦ ਲਗਾਤਾਰ ਪੋਸਟਾਂ ਪਾ ਰਹੀ ਹੈ ਕਿ ਅਸੀਂ ਕਿੰਨੇ ਮਰਡਰ ਕਰਤੇ, ਤੁਸੀਂ ਦੱਸੋ ਕਿੰਨੇ ਮਰਡਰ। ਇਸ ਤਰ੍ਹਾਂ ਦੀ ਹੁਣ ਪੁਲਿਸ ਕਿਸ ਤਰ੍ਹਾਂ ਦੀ ਕਰ ਰਿਹਾ ਕੰਮ? ਪੁਲਿਸ ਦਾ ਦੇਖੋ, ਸਾਈਬਰ ਸੈੱਲ ਦਾ ਜਿਹੜਾ ਕੰਮ ਹੁੰਦਾ ਨਾ, ਉਹ ਹੁੰਦਾ ਸਰਵੇਲੈਂਸ ਪ੍ਰੋਪਰ ਰੱਖਣਾ ਔਰ ਇਨਪੁਟ ਪ੍ਰੋਵਾਈਡ ਕਰਨਾ। ਹੁਣ ਜਿੱਦਾਂ ਤੁਸੀਂ ਰਿੰਦਾ ਦੀ ਗੱਲ ਕੀਤੀ, ਰਿੰਦਾ ਦੀ ਇੱਕ ਇਨਫੋਰਮੇਸ਼ਨ ਆ ਗਈ ਕਿ ਉਹ ਜਿਹੜੀ ਸੋਸ਼ਲ ਮੀਡੀਆ 'ਤੇ ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਸੋ ਉਹਦੀ ਅਥੈਂਟਿਸਿਟੀ ਚੈੱਕ ਕਰਨ 'ਤੇ ਰਾਠੀ ਜੀ ਕਾਫੀ ਟਾਈਮ ਲੱਗਦਾ। ਜਿਹੜਾ ਜਿੱਦਾਂ IP ਐਡਰੈਸ ਕੱਢਣਾ, ਕਿਹੜੇ ਕੰਟਰੀ ਤੋਂ ਨਿਕਲਿਆ ਹੈ, ਕਈ ਤਰ੍ਹਾਂ ਦੇ ਇਹਦੇ ਵਿੱਚ ਟੈਕਨੀਕੈਲਿਟੀਜ਼ ਆ। ਬਟ ਅਦਰਵਾਈਜ਼ ਸਾਡਾ ਜਿਹੜਾ ਸੋਸ਼ਲ ਮੀਡੀਆ ਸੈੱਲ ਆ, ਸਾਡਾ 3-4 ਜਗ੍ਹਾ 'ਤੇ ਅਲੱਗ-ਅਲੱਗ ਜਗ੍ਹਾ 'ਤੇ ਕੰਮ ਕਰ ਰਿਹਾ। ਲਾਅ ਐਂਡ ਆਰਡਰ ਦੇ ਅੰਡਰ ਵੀ ਕੰਮ ਕਰ ਰਿਹਾ, ਸਾਈਬਰ ਕ੍ਰਾਈਮ ਦੇ ਅੰਡਰ ਵੀ ਕੰਮ ਕਰ ਰਿਹਾ। ਸੋ ਸਾਰਾ ਨਿਗਾਹ ਰੱਖਦੇ ਇਹਦੇ ਉੱਤੇ ਟੋਟਲੀ। ਸੋ ਇਨਫੋਰਮੇਸ਼ਨ ਬਹੁਤ ਸਾਰੀ ਆਉਂਦੀ ਆ, ਜਿਹੜੀ ਪਬਲਿਕ ਫੋਰਮ 'ਤੇ ਆਪਾਂ ਸ਼ੇਅਰ ਨਹੀਂ ਕਰ ਸਕਦੇ। ਹਰ ਇਨਫੋਰਮੇਸ਼ਨ ਸ਼ੇਅਰ ਨਹੀਂ ਕਰ ਸਕਦੇ। ਬਹੁਤ ਸਾਰੇ ਕੇਸਿਸ ਟਰੈਕ ਕਰਨ 'ਚ, ਬਹੁਤ ਸਾਰੇ ਇਸ਼ੂਜ਼ ਰਿਜ਼ੋਲਵ ਕਰਨ ਦੇ ਵਿੱਚ, ਡੇਲੀ ਬੇਸਿਸ 'ਤੇ ਲਾਅ ਐਂਡ ਆਰਡਰ ਦੇ ਇਸ਼ੂਜ਼ ਨੂੰ ਪ੍ਰੋਐਕਟਿਵਲੀ ਰਿਜ਼ੋल्व ਕਰਨ ਦੇ ਵਿੱਚ बड़ी ज़्यादा मदद मिलती है ਸਾਨੂੰ सोशल मीडिया से। सर रिंदा का जो मामला है उसमें क्या पंजाब पुलिस, क्योंकि इतने मामलों में वांटेड है वो, मतलब कॉन्स्पिरेटर भी रहा है, तो आप लोग क्या प्रयास करेंगे पता लगे कि ये नेचुरली करांगे जी। ऑफिशियल कन्फर्मेशन कोई वांट ना, कोई साढ़े कोले ऑफिशियल इन्फॉर्मेशन आवे, अजे तक ऑफिशियल इन्फॉर्मेशन कोई नहीं आई। वो तो असी कर ही रहे हैं कोशिश कि जो भी
ਖਬਰ ਦੀ ਆਥੈਂਟਿਸਿਟੀ ਆ ਉਹ ਪਤਾ ਚੱਲੇ ਜਲਦੀ ਤੋਂ ਜਲਦੀ, ਬਿਕੋਜ਼ ਸਾਡਾ ਜਿਹੜੇ ਵੀ ਜਿੰਨੇ ਵੀ ਕ੍ਰਿਮੀਨਲਸ ਬਾਹਰ ਬੈਠੇ ਆ ਜਿਨ੍ਹਾਂ ਦਾ ਲੀਗਲ ਪ੍ਰੋਸੈਸ ਚੱਲ ਰਿਹਾ ਹੈ ਜਾਂ ਜਿਹੜੇ ਇੱਥੇ ਕਿਸੇ ਨਾ ਕਿਸੇ ਕੇਸ ਦੇ ਵਿੱਚ ਕਨਾਈਮੈਂਸ 'ਚ ਹੈਗੇ ਆ, ਕੌਨਸਪੀਰੇਸੀ 'ਚ ਹੈਗੇ ਆ, ਸਾਰੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਇੰਟਰਸਟ ਆ, ਉਹਨਾਂ ਦੇ ਲੇਟੈਸਟ ਕੀ ਸਟੇਟਸ ਆ ਉਹ 'ਚ ਇੰਟਰਸਟ ਆ, ਬਟ ਅਸੀਂ ਉਦੋਂ ਹੀ ਕੋਈ ਗੱਲ ਕਰ ਪਾਵਾਂਗੇ ਜਦੋਂ ऑफिशियली कंफर्म होगा कुछ चीज़। सेंट्रल एजेंसीज के साथ कोई संपर्क हुआ, कोई बातचीत हुई वहाँ से? वो चीज़ां रिवील इस स्टेज ਤੇ ਨਹੀਂ ਕੀਤੀਆਂ ਜਾ ਸਕਦੀਆਂ, ਉਹ ਸਾਰੇ ਜੋ ਇਨਫਾਰਮਲ ਫਾਰਮਲ ਚੈਨਲਸ ਆ ਉਹ ਹੁੰਦੇ ਹੀ ਆ, ਬਟ ਹਰ ਚੀਜ਼ ਰਿਵੀਲ ਨਹੀਂ ਕੀਤੀ ਜਾ ਸਕਦੀ। Official information you are seeking from Pakistan or our agency? that I cannot say ਕਿ ਐਗਜ਼ੈਕਟ ਕਿੱਥੋਂ, ਸਾਰੇ ਪਾਸਿਆਂ ਤੋਂ ਹੈ। official means ਜਦੋਂ ਕੰਕਰੀਟ ਇਨਫੋਰਮੇਸ਼ਨ ਪਿਛਲੇ ਦਿਨਾਂ ਦੇ ਵਿੱਚ ਹਥਿਆਰਾਂ ਨੂੰ ਲੈ ਕੇ ਕਿਹਾ ਗਿਆ ਕਿ ਜੇ ਕੋਈ ਹਥਿਆਰਾਂ ਨੂੰ ਪ੍ਰਮੋਟ ਕਰਦਾ ਉਹਦੇ ਖਿਲਾਫ ਕਾਰਵਾਈ ਹੋਏਗੀ। ਜੀ, ਜੀ। ਅੱਜ ਲੁਧਿਆਣਾ 'ਚ ਇੱਕ ਸਿੰਗਰ ਦੇ ਖਿਲਾਫ ਕਾਰਵਾਈ ਹੋਈ ਹੈ, ਤਾਰੀ ਨਾਮ ਦਾ ਕੋਈ ਸਿੰਗਰ ਹੈ। ਕੀ ਆਉਣ ਵਾਲੇ ਦਿਨਾਂ 'ਚ ਵੱਡੇ ਸਿੰਗਰਾਂ ਦੇ ਵੀ ਇਹ ਕਾਰਵਾਈ ਹੋਏਗੀ? ਔਰ ਦੇਖੋ, ਦੂਜੀ law- ਕੀ law- ਇਹ ਚੀਜ਼ ਫਾਈਨਲ ਕੀਤੀ ਗਈ ਹੈ ਕਿ ਕਿਹੜਾ ਬੰਦਾ ਡਿਸਾਈਡ ਕਰੂਗਾ ਕਿ ਹਥਿਆਰਾਂ ਨੂੰ ਦੇਖੋ promote ਕਰਨਾ ਹੈ? ਲਾਅ ਸਾਰਿਆਂ ਵਾਸਤੇ ਬਰਾਬਰ ਹੈ ਜੀ। ਉਹਦੇ ਵਿੱਚ ਇੱਕ ਆਰਡਰ ਪਾਸ ਸਰਕਾਰ ਵੱਲੋਂ ਕੀਤੇ ਗਏ ਆ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਔਰ ਕਮਿਸ਼ਨਰ ਪੁਲਿਸ ਨੂੰ ਕਿ ਵੀ 144 ਦੇ ਆਰਡਰ ਆਪਣੇ ਲੈਵਲ ਤੇ ਪਾਸ ਕਰੋ। ਉਹਨਾਂ ਨੇ 144 ਦੇ ਆਰਡਰ ਪਾਸ ਕਰ ਦਿੱਤੇ ਆ। ਜਿਹੜਾ ਵੀ ਗਲੋਰੀਫਾਈ ਕਰੇਗਾ ਵੈਪਨਸ ਨੂੰ ਉਹਦੇ ਖਿਲਾਫ ਕਾਰਵਾਈ ਹੋਏਗੀ, ਚਾਹੇ ਉਹ ਕੋਈ ਵੀ ਹੋਵੇ। ਸੋ ਲਾਅ ਬਰਾਬਰ ਹੈ, ਛੋਟਾ ਵੱਡਾ ਕੋਈ ਸਿੰਗਰ ਨਹੀਂ ਹੁੰਦਾ। ਜਿਹੜਾ ਬੰਦਾ ਇਸ ਚੀਜ਼ ਨੂੰ ਵਾਇਲੇਟ ਕਰੇਗਾ, ਆਰਡਰਸ ਨੂੰ, ਡੀਸੀ ਦੇ ਆਰਡਰ ਨੂੰ ਜਾਂ ਸੀਪੀ ਦੇ ਆਰਡਰ ਨੂੰ ਜਿਹੜਾ ਵਾਇਲੇਟ ਕਰੇਗਾ, ਜੋ ਕਾਨੂੰਨ ਮੁਤਾਬਕ ਕਾਰਵਾਈ ਬਣਦੀ ਉਹਦੇ ਖਿਲਾਫ ਕਾਰਵਾਈ ਹੋਏਗੀ। ਮੀਟਰਿੰਗ ਸੈੱਲ ਜਾਂ ਕੋਈ ਸੈਂਸਰ ਉਹ ਹਰ ਜ਼ਿਲ੍ਹਾ ਵਾਈਜ਼ ਹੈ। ਦੇਖੋ ਇਹਦੀ ਜਿਹੜੀ 144 ਦੇ ਆਰਡਰ ਹੁੰਦੇ ਨੇ ਡਿਸਟ੍ਰਿਕਟ ਵੱਲੋਂ ਹੁੰਦੇ ਆ, ਇਹਦੀ ਮੋਨੀਟਰਿੰਗ, ਇਹਦੀ ਇੰਪਲੀਮੈਂਟੇਸ਼ਨ ਹਰ ਚੀਜ਼ ਡਿਸਟ੍ਰਿਕਟ ਲੈਵਲ ਤੇ ਹੁੰਦੀ ਹੈ। ਸੋ ਕੰਸਰਨਡ ਐਸਐਸਪੀਜ਼ ਤੇ ਕਮਿਸ਼ਨਰ ਜਿਹੜੇ ਨੇ ਉਹਨਾਂ ਦੇ ਆਪਣੇ ਹਰ ਜ਼ਿਲ੍ਹੇ ਦੇ ਵਿੱਚ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲਸ ਬਣੇ ਹੋਏ ਆ, ਚਾਹੇ 2 ਬੰਦੇ ਹੋਣ ਕਿਸੇ 'ਚ, ਚਾਹੇ 4 ਬੰਦੇ ਹੋਣ, ਹਰ ਜ਼ਿਲ੍ਹੇ 'ਚ ਇੱਕ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਬਣਿਆ ਹੋਇਆ ਹੈ। ਉਹ ਲਗਾਤਾਰ ਇਸ ਚੀਜ਼ ਦੇ ਉੱਤੇ ਵਾਚ ਰੱਖ ਰਹੇ ਆ ਔਰ ਇਸ ਦੇ ਉੱਤੇ ਜਿਹੜਾ ਵੀ ਕਾਰਵਾਈ, ਜਿਹੜਾ ਵੀ ਗਲਤ ਕੰਮ ਕਰੇਗਾ, ਇਲੀਗਲ ਕੁਝ ਕਰੇਗਾ, ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ, ਚਾਹੇ ਉਹ ਕੋਈ ਮਰਜ਼ੀ ਹੋਵੇ, ਜਿਹੜਾ ਮਰਜ਼ੀ ਸਿੰਗਰ ਹੋਵੇ। ਚਾਹੇ पैमाना की रखा गया ग्लोरिफिकेशन का? ਗਲੋਰੀਫਿਕੇਸ਼ਨ ਦਾ ਹੈਗਾ ਡਿਸਪਲੇ ਕਰਨਾ। ਦੇਖੋ ਵੈਪਨ ਦਾ ਡਿਸਪਲੇ 2 ਹੀ ਤਰੀਕਿਆਂ ਨਾਲ ਹੁੰਦਾ ਜੀ। ਇੱਕ ਤਾਂ ਹੁੰਦਾ ਸੈਲਫ ਡਿਫੈਂਸ ਦੇ ਵਿੱਚ, ਜਿਹੜਾ ਕਿ ਜਿਹਦੇ ਵਾਸਤੇ ਵੀ ਪ੍ਰੋਪਰ ਪਰਮਿਸ਼ਨ ਹੁੰਦੀ ਹੈ। ਦੂਸਰਾ ਹੁੰਦਾ ਜਿੱਥੇ ਤੁਸੀਂ ਜਦੋਂ ਵੀ ਕਿਸੇ ਵੈਪਨ ਦਾ ਡਿਸਪਲੇ ਇਸ ਕੰਮ ਵਾਸਤੇ ਕਰਦੇ ਹੋ ਜਿਹੜਾ ਪ੍ਰੋਟੈਕਸ਼ਨ ਜਾਂ ਸੈਲਫ ਡਿਫੈਂਸ ਦੀ ਇੰਡੀਕੇਸ਼ਨ ਨਹੀਂ ਦਿੰਦਾ, ਦੈਟ ਇਜ਼ ਗਲੋਰੀਫਿਕੇਸ਼ਨ। Weapon includes the arms also? ਇਨਕਲੂਡ Only firearms? ਨਹੀਂ ਉਹ ਅਜੇ ਤੱਕ ਜਿਹੜਾ ਸਾਡਾ ਆਰਡਰ ਆ ਫਾਇਰ ਆਰਮਸ ਦੇ ਬਾਰੇ 'ਚ। जो ये पूरा इंसिडेंट हुआ है सररिंदा वाला, क्या लगता है कि आईएसआई जो है उसको ट्रैक करने की कोशिश कर नहीं, मैं इस बारे नहीं कुछ कह सकता जी, मैं नहीं कुछ कह सकता। ਸਰ ਇਹਦੇ ਵਿੱਚ ਇੱਕ ਹੋਰ ਹੈ ਕਿ ਜਿਹੜੀ ਸਿਕਿਉਰਿਟੀ ਰਿਵਿਊਜ਼ ਕਰ ਰਹੇ ਜਿਹੜੇ ਵੀ ਰਿਲੀਜੀਅਸ ਲੀਡਰਸ ਨੇ, ਪੋਲੀਟੀਕਲੀ ਲੀਡਰਸ ਨੇ, ਉਹ ਜਿਹੜੇ ਰਿਵਿਊ ਕਰ ਰਹੇ, ਉਹਦੇ ਵਿੱਚ ਹੁਣ ਪੁਲਿਸ ਕਿਸ ਤਰ੍ਹਾਂ ਦੀ ਰਿਵਿਊ ਕਰ ਰਹੀ ਹੈ? ਦੇਖੋ ਉਹਦੇ ਵਿੱਚ ਇੱਕ ਤਾਂ ਅਸੀਂ ਹਰ ਇੱਕ ਦਾ ਥ੍ਰੈਟ ਪਰਸੈਪਸ਼ਨ ਚੈੱਕ ਕਰ ਰਹੇ ਹਾਂ। ਥ੍ਰੈਟ ਪਰਸੈਪਸ਼ਨ ਜਿਹੜੀ ਆ ਉਹ ਡਿਸਟ੍ਰਿਕਟ ਪੁਲਿਸ ਤੋਂ ਚੈੱਕ ਕੀਤੀ ਜਾਂਦੀ ਆ, ਇੰਟੈਲੀਜੈਂਸ ਏਜੰਸੀਜ਼ ਤੋਂ ਚੈੱਕ ਕੀਤੀ ਜਾਂਦੀ ਹੈ ਕਿ ਬੰਦੇ ਨੂੰ ਕਿਸ ਟਾਈਪ ਦਾ ਥ੍ਰੈਟ ਹੈਗਾ ਹੈ। ਦੂਸਰਾ ਹੈਗਾ ਕਿ ਜਦੋਂ ਕਿਸੇ ਦਾ ਥ੍ਰੈਟ ਪਰਸੈਪਸ਼ਨ ਦੇ ਵਿੱਚ ਐਸਟੈਬਲਿਸ਼ ਹੋ ਜਾਂਦਾ ਕਿ ਉਹਨੂੰ ਥ੍ਰੈਟ ਹੈਗਾ ਹੈ, ਸਾਰਿਆਂ ਦੀ ਸਿਕਿਉਰਿਟੀ ਰਿਵਿਊ ਕਰਕੇ ਵੀ ਆਰ ਡੂਇੰਗ ਕਿ ਜਿਹੜੇ ਨਵੇਂ ਮੁੰਡੇ ਆ, ਯੰਗ ਲਾਟ ਆ, ਜਿਹੜਾ 2010 ਤੋਂ ਬਾਅਦ ਦੇ ਜਿਹੜੇ ਭਰਤੀ ਆ, ਪ੍ਰੈਫਰੇਬਲੀ ਉਹਨਾਂ ਨੂੰ ਉਹਨਾਂ ਦੀ ਸਿਕਿਉਰਿਟੀ 'ਚ ਲਾਇਆ ਜਾਵੇ ਤਾਂ ਜੋ ਐਕਟਿਵ ਹੋਣ। ਤੀਸਰਾ ਉਹਨਾਂ ਦੀ ਜਿਹੜੀ ਆ ਹਰ ਜ਼ਿਲ੍ਹੇ ਦੇ ਵਿੱਚ ਐਸਐਸਪੀ ਸਾਹਿਬਾਨ, ਸੀਪੀ ਸਾਹਿਬਾਨ ਹਰ ਇੱਕ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਜਿਹੜੀ ਆ ਅਲੱਗ ਤੋਂ ਕਰਾ ਰਹੇ। ਉਹਨਾਂ ਦੀ ਟ੍ਰੇਨਿੰਗ 'ਚ ਮੇਨ ਫਾਇਰਿੰਗ ਪ੍ਰੈਕਟਿਸ ਹੁੰਦੀ ਆ। ਸੈਕੰਡ ਇੱਕ ਐਸਓਪੀ ਹੁੰਦੀ ਆ ਅਲਰਟਨੈਸ ਦੀ, ਕਿਸ ਤਰੀਕੇ ਦੇ ਨਾਲ ਸਿਕਿਉਰਿਟੀ ਵਾਲੇ ਨੇ ਅਲਰਟ ਰਹਿਣਾ ਜਦੋਂ ਕਿਸੇ ਦੀ ਪ੍ਰੋਟੈਕਸ਼ਨ ਕਰਨੀ ਹੈ। ਸੋ ਉਹ ਸਾਰਾ ਪ੍ਰੋਸੈਸ ਸਾਡਾ ਚੱਲ ਰਿਹਾ। ਰਿਪਲੇਸਮੈਂਟ ਦਾ ਪ੍ਰੋਸੈਸ ਵੀ ਚੱਲ ਰਿਹਾ, ਟ੍ਰੇਨਿੰਗ ਦਾ ਵੀ ਚੱਲ ਰਿਹਾ ਔਰ ਥ੍ਰੈਟ ਪਰਸੈਪਸ਼ਨ ਜਿਹੜੀ ਆ ਉਹ ਵੀ ਐਗਜ਼ਾਮਿਨ ਕਰਾਈ ਜਾ ਰਹੀ ਹੈ। ਸੋ ਜਿਸ ਤਰ੍ਹਾਂ ਦੀ ਥ੍ਰੈਟ ਪਰਸੈਪਸ਼ਨ ਜੋ ਰਿਪੋਰਟ ਹੋਏਗੀ ਉਸ ਹਿਸਾਬ ਨਾਲ, ਬਟ ਵੀ ਵਿਲ ਇਨਸ਼ੋਰ ਕਿ ਜਿਹਨੂੰ ਸਿਕਿਉਰਿਟੀ ਦਿੱਤੀ ਜਾਵੇ ਉਹਨੂੰ ਕੈਪੇਬਲ ਬੰਦਿਆਂ ਦੀ ਔਰ ਟ੍ਰੇਨਡ ਬੰਦਿਆਂ ਦੀ ਜਿਹੜੀ ਆ ਸਿਕਿਉਰਿਟੀ ਦਿੱਤੀ ਜਾਵੇ। ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਵਾਲੇ ਦੀ ਵੀਡੀਓ ਆਉਂਦੀ ਹੈ, ਸ਼ਰੇਆਮ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਪੂਰਥਲਾ ਦੇ ਵਿੱਚ ਵਿਆਹ ਸਮਾਗਮ ਦੇ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ। ਕਾਰਵਾਈ ਹੋਏਗੀ ਜੀ ਉਹਦੇ ਵਿੱਚ, ਜੋ ਵੀ ਆਈ ਹੈ। ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਉਹਦੇ ਖਿਲਾਫ ਲੀਗਲ ਕਾਰਵਾਈ ਹੋਏਗੀ। ਜੇ ਤੁਹਾਡੇ ਕੋਲ ਹੈਗੀ ਤੁਸੀਂ ਭੇਜ ਦਿਓ, ਅਸੀਂ ਕੰਸਰਨਡ ਐਸਐਸਪੀ ਕਿਸੇ ਜਿਹੜੇ ਵੀ ਸੀਪੀ ਸਾਹਿਬ ਦਾ ਏਰੀਆ ਉਹਨਾਂ ਨੂੰ ਭੇਜ ਦਿੰਦੇ। ਜੋ ਲੀਗਲ ਐਕਸ਼ਨ ਬੰਦਾ ਹੋਏਗਾ, ਜਿਹੜਾ ਡਿਸਪਲੇ ਗਲਤ ਕਰੇਗਾ ਵੈਪਨ ਦਾ, ਮਿਸਯੂਜ਼ ਕਰੇਗਾ ਵੈਪਨ ਦਾ, ਉਹਦੇ ਖਿਲਾਫ ਲੀਗਲ ਐਕਸ਼ਨ ਹੋਏਗਾ। ਇਹ ਸਰ ਤੁਸੀਂ ਸਿਕਿਉਰਿਟੀ ਦੀ ਗੱਲ ਕੀਤੀ ਹੈ। ਸੁਦੀਸਪੁਰੀ ਦਾ ਮਰਡਰ ਹੋਇਆ, ਉਹਦੇ ਸਾਰੀ ਸਿਕਿਉਰਿਟੀ ਜਿਹੜੇ ਗਾਰਡਸ ਸੀ ਉਹ ਸਾਰੇ ਮੌਕੇ ਤੇ ਮੌਜੂਦ ਸੀਗੇ। ਇੱਕ ਏਸੀਪੀ ਸਾਹਿਬ ਵੀ ਮੌਜੂਦ ਸੀਗੇ। ਕਿ ਡਿਪਾਰਟਮੈਂਟ
ਡਾਕੂਮੈਂਟਲ ਤੌਰ ਤੇ ਕੋਈ ਐਕਸ਼ਨ ਹੋਇਆ ਜਿਹੜੀ ਉਹਨਾਂ ਦੇ ਸਿਕਿਉਰਿਟੀ ਪਰਸਨ ਸੀਗੇ ਉਹ ਜਿਹੜੇ ਏਸੀਪੀ ਸਾਹਿਬ ਉੱਥੇ ਨਹੀਂ ਦੇਖੋ, ਅਸੀਂ ਅਜੇ ਨਾ ਉਸ ਪਾਸੇ ਅਜੇ ਅਸੀਂ ਰੈਮੀਡੀਅਲ ਮੈਜਰਸ ਜਿਹੜੇ ਆ ਉਸ ਤੇ ਫੋਕਸ ਜ਼ਿਆਦਾ ਕੀਤਾ। ਹਰ ਈਵੈਂਟ ਦੇ ਵਿੱਚੋਂ ਤੁਹਾਨੂੰ ਕੁਝ ਲਰਨਿੰਗ ਲੈਸਨਸ ਹੁੰਦੇ ਆ ਤੁਹਾਡੇ ਵਾਸਤੇ। ਸੋ ਇਸੇ ਕਰਕੇ ਅਸੀਂ ਹੁਣ ਜਿਹੜੀ ਸਿਕਿਉਰਿਟੀ ਵਾਲਿਆਂ ਦੀ ਟ੍ਰੇਨਿੰਗ, ਸਿਕਿਉਰਿਟੀ ਦੀ ਰਿਪਲੇਸਮੈਂਟ, ਉਸ ਚੀਜ਼ ਤੇ ਫੋਕਸ ਕਰ ਰਹੇ ਹਾਂ ਅਸੀਂ ਕਿ ਲੈਸਨਸ ਜਿਹੜੇ ਕਿਤੇ ਸਿੱਖੇ ਜਾਂਦੇ ਆ ਤੇ ਉਹ ਰੈਮੀਡੀਅਲ ਮੈਜਰਸ ਇਮੀਡੀਏਟਲੀ ਲੈਣੇ ਜ਼ਰੂਰੀ ਹੁੰਦੇ ਆ। ਤਦ ਕਰਕੇ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਟ੍ਰੇਨਿੰਗ, ਰਿਪਲੇਸਮੈਂਟ, ਯੰਗਰ ਲੋਟ, ਕਿਉਂਕਿ ਅਲਰਟਨੈਸ ਲੈਵਲ 'ਚ ਵੀ ਫਰਕ ਪੈ ਜਾਂਦਾ ਜੀ ਉਮਰ ਦੇ ਨਾਲ ਨਾਲ। ਸੋ ਸਾਰੀਆਂ ਚੀਜ਼ਾਂ ਤੇ ਇਹਨਾਂ ਚੀਜ਼ਾਂ ਤੇ ਥੀਸ ਆਰ ਲਰਨਿੰਗ ਲੈਸਨਸ ਫॉर ਅਸ ਜਦੋਂ ਵੀ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਹੈ। Sir, new issue of Amritpal is cropping up in certain areas of Punjab. Is the police taking any kind of action because he's openly campaigning for Khalistan? ਨਹੀਂ, ਉਹ ਤਾਂ ਦੇਖੋ ਜੇ ਕੋਈ ਇਲੀਗਲ ਕੰਮ ਕਰੇਗਾ ਉਹਦੇ ਖਿਲਾਫ ਹੋਏਗੀ, ਬਟ ਹਰ ਬੰਦੇ ਨੂੰ ਐਕਸਪ੍ਰੈਸ਼ਨ, ਫਰੀडम ਆਫ ਐਕਸਪ੍ਰੈਸ਼ਨ ਦਾ ਹਰ ਇੱਕ ਦਾ ਰਾਈਟ ਹੈ ਜੀ, ਉਹ ਤਾਂ ਦੈਟ ਇਜ਼ ਅ ਫੰਡਾਮੈਂਟਲ ਰਾਈਟ। ਸੋ ਅਸੀਂ ਕੋਈ, ਮੈਂ ਇੱਕ ਸਪੈਸੀਫਿਕ ਬੰਦੇ ਦੀ ਗੱਲ ਨਹੀਂ ਕਰ ਰਹੇ, ਜਿਸ ਤਰ੍ਹਾਂ ਆਪਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ, ਅਸੀਂ ਤਾਂ ਹਰ ਇੱਕ ਤੇ ਨਜ਼ਰ ਰੱਖ ਰਹੇ ਹਾਂ ਜੀ, ਪਰ ਕਾਰਵਾਈ ਉਦੋਂ ਹੀ ਹੁੰਦੀ ਜਦੋਂ ਕੋਈ ਇਲੀਗਲ ਐਕਸ਼ਨ ਕਰੇਗਾ। ਤੁਸੀਂ ਹਥਿਆਰਾਂ ਦੇ ਗਲੋਰੀਫਾਈ ਦੀ ਗੱਲ ਕੀਤੀ, ਅਮਰਿਤਪਾਲ ਦੇ ਨਾਲ ਜਿੰਨੇ ਵੀ ਬੰਦੇ ਘੁੰਮ ਰਹੇ ਉਹਨਾਂ ਦੇ ਹੱਥਾਂ ਦੇ ਵਿੱਚ ਦੇਖੋ ਗਲੋਰੀਫਿਕੇਸ਼ਨ ਤੇ ਮੈਂ ਉਹੀ ਕਹਿ ਰਿਹਾ ਨਾ, ਉਹ ਦੈਟ ਇਜ਼ ਫॉर द ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਟੂ ਡਿਸਾਈਡ। ਗਲੋਰੀਫਿਕੇਸ਼ਨ ਦੀ ਡੈਫੀਨੇਸ਼ਨ ਮੈਂ ਹੁਣੇ ਤੁਹਾਨੂੰ ਦੱਸੀ ਕਿ ਜਿੱਦਾਂ ਕੋਈ ਗਾਣਾ ਗਾ ਰਿਹਾ ਹੈ, ਕੋਈ ਫਾਇਰਿੰਗ ਕਰ ਰਿਹਾ ਹੈ। ਸੋ ਪ੍ਰੋਟੈਕਸ਼ਨ ਤੇ ਮੈਂ ਕਿਸੇ ਇੱਕ ਸਪੈਸੀਫਿਕ ਬੰਦੇ ਦੀ ਗੱਲ ਨਹੀਂ ਕਰ ਸਕਦਾ, ਬਟ ਪ੍ਰੋਟੈਕਸ਼ਨ ਤੇ ਗਲੋਰੀਫਿਕੇਸ਼ਨ 'ਚ ਫਰਕ ਹੈ। ਜੇ ਕੋਈ ਉਹ ਵੈਪਨ ਚਲਾਉਂਦਾ ਹੈ, ਹਵਾਈ ਫਾਇਰ ਕਰਦਾ ਹੈ, ਗਲਤ ਤਰੀਕੇ ਨਾਲ ਇੰਡੀਕੇਟ ਕਰਦਾ, ਦੈਟ ਇਜ਼ ਗਲੋਰੀਫਿਕੇਸ਼ਨ। ਜੇ ਕੋਈ ਪ੍ਰੋਟੈਕਸ਼ਨ ਵਾਸਤੇ ਵੈਪਨ ਕੈਰੀ ਕਰਦਾ, ਦੈਟ ਇਜ਼ ਫॉर द ਲੋਕਲ ਐਡਮਿਨਿਸਟ੍ਰੇਸ਼ਨ ਟੂ ਡਿਸਾਈਡ ਕਿ ਉਹਨਾਂ ਨੇ ਉਹ ਪ੍ਰੋਪਰ ਪ੍ਰੋਸੀਜਰ, ਲਾਇਸੈਂਸ ਹੈਗਾ ਕਿ ਨਹੀਂ ਹੈਗਾ, ਪ੍ਰੋਪਰ ਪ੍ਰੋਸੀਜਰ ਫੋਲੋ ਕੀਤਾ ਕਿ ਨਹੀਂ ਕੀਤਾ। ਆਪਾਂ ਕਿਤੇ ਇੱਕ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਗੱਲ ਕਰ ਰਹੇ, ਸਾਰਿਆਂ ਬਾਰੇ ਇਹ ਸੇਮ ਰੂਲ ਆ। ਗਲੋਰੀਫਿਕੇਸ਼ਨ ਦਾ ਮਤਲਬ ਥੋੜਾ ਜਿਹਾ ਡਿਫਰੈਂਟ ਆ। ਵੈਪਨ, ਹੁਣ ਵੈਪਨ ਕੋਈ ਬੰਦਾ ਲਾਇਸੈਂਸ ਰਿਨਿਊ ਕਰਾਉਣ ਲਈ ਜਾ ਰਿਹਾ ਡੀਸੀ ਆਫਿਸ ਦੇ ਵਿੱਚ, ਕੋਈ ਵੱਡਾ ਵੈਪਨ ਆ ਉਹਨੂੰ ਵੀ ਕੈਰੀ ਕਰਨਾ ਪਏਗਾ, ਹੱਥ 'ਚ ਲੈ ਕੇ ਜਾਏਗਾ। ਜਾਂ ਈਵਨ ਜਿਹੜੇ ਸਿਕਿਉਰਿਟੀ ਵਾਲੇ ਆ, ਜਿਹੜੇ ਕਿਸੇ ਵੀ ਕਹਿ ਲਓ ਆਫੀਸਰ ਸਾਹਿਬਾਨ ਦੇ ਨਾਲ ਹੁੰਦੇ, ਥ੍ਰੈਟਨ ਬੰਦੇ ਦੇ ਨਾਲ ਹੁੰਦੇ, ਉਹਨਾਂ ਨੂੰ ਵੀ ਕੈਰੀ ਕਰਨਾ ਪੈਂਦਾ। ਸੋ ਉਹ ਵਾਲੀ ਲਾਈਨ ਨੂੰ ਜਿਹੜਾ ਹੈ ਉਹ ਦੈਟ ਇਜ਼ ਫॉर द ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਟੂ ਡਿਸਾਈਡ, ਐਂਡ ਉਹਦੇ ਹਿਸਾਬ ਨਾਲ ਲੀਗਲ ਐਕਸ਼ਨ ਹੁੰਦਾ ਉਹਦੇ ਵਿੱਚ। ਗਿੱਲ ਸਾਹਿਬ, ਪੰਜਾਬ ਪੁਲਿਸ ਨੇ ਪਹਿਲਾਂ ਸਿਕਿਉਰਿਟੀ ਰਿਵਿਊ ਕਰਨ ਦਾ ਆਰਡਰ ਦਿੱਤਾ, ਸਰਕਾਰ ਨੇ ਦਿੱਤਾ ਸੀਗਾ, ਔਰ ਪੰਜਾਬ ਪੁਲਿਸ ਨੇ ਮਸ਼ੀਨ ਦੀ ਤਰ੍ਹਾਂ ਲੋਕਾਂ ਦੀ ਸਿਕਿਉਰਿਟੀ ਫੋਰਸਿਸ ਲਈ ਇਨ ਦੈਟ ਕੇਸ ਸਿੱਧੂ ਮੂਸੇਵਾਲਾ ਦਾ ਮਰਡਰ ਕੀਤਾ। ਹੁਣ ਸਰਕਾਰ ਨੇ ਆਰਡਰ ਦਿੱਤਾ ਹੈ ਕਿ ਫਾਇਰਆਰਮ ਜਿਹੜੇ ਲਾਇਸੈਂਸ ਨੇ ਉਹਨਾਂ ਨੂੰ ਰਿਵਿਊ ਕਰੋ ਤੇ ਵਾਪਸ ਕਰੋ। 200-250 ਦੇ ਆਸ-ਪਾਸ ਦੇ ਲਾਇਸੈਂਸ ਪਟਿਆਲਾ ਪ੍ਰਸ਼ਾਸਨ ਨੇ ਸਸਪੈਂਡ ਕਰ ਦਿੱਤੇ ਕਿ ਇਹਦੇ ਬਾਅਦ ਉਹਨਾਂ ਲੋਕਾਂ ਨੂੰ ਕੋਈ ਖਤਰਾ ਹੋਏਗਾ ਉਹਨੂੰ ਨਹੀਂ ਦੇਖੋ, ਇਹ ਜਿਹੜਾ ਨਾ ਸਸਪੈਂਡ ਦੀ ਕਈ ਵਾਰੀ ਨਾ ਕਈ ਵਾਰੀ ਗਲਤ ਤਰੀਕੇ ਨਾਲ ਇੰਟਰਪ੍ਰੈਟ ਹੋ ਜਾਂਦਾ ਹੈ। ਲਾਅ ਦੇ ਵਿੱਚ ਜਿਹੜਾ ਨਵਾਂ ਆਰਮਸ ਐਕਟ ਸੀਗਾ ਨਾ ਜੀ, ਉਹਦੇ ਵਿੱਚ ਇਹ ਸੀਗਾ ਕਿ 2 ਤੋਂ ਵੱਧ ਵੈਪਨ ਨਹੀਂ ਰੱਖ ਸਕਦਾ ਕੋਈ, 3 ਨਹੀਂ ਰੱਖ ਸਕਦੇ। ਜਿਹਦੇ ਕੋਲੇ 3 ਨੇ ਉਹਨੂੰ ਇੱਕ ਸਰੈਂਡਰ ਕਰਨਾ ਹੁੰਦਾ ਵਿਦ ਇਨ ਅ ਪੀਰੀਅਡ ਆਫ 1 ਈਅਰ। ਉਹਨੂੰ ਬਕਾਇਦਾ ਨੋਟਿਸ ਇਸ਼ੂ ਹੁੰਦਾ, ਜੇ ਉਹ ਨਹੀਂ ਸਰੈਂਡਰ ਕਰਦਾ ਫਿਰ ਜਿਹੜਾ ਪਟਿਆਲੇ ਵਾਲਾ ਹੈਗਾ ਇਸ਼ੂ, ਉਹਦੇ ਵਿੱਚ ਜਿਨ੍ਹਾਂ ਕੋਲੇ ਮੋਰ ਦੈਨ 2 ਵੈਪਨ ਸੀਗੇ, ਉਹਨਾਂ ਦਾ 3rd ਵੈਪਨ ਲਾਇਸੈਂਸ ਜਿਹੜਾ ਸੀਗਾ 3rd ਵੈਪਨ ਦਾ, ਉਹ ਰੱਦ ਕੀਤਾ ਗਿਆ ਹੈ। ਹੁਣ ਇਸ਼ੂ ਹੈ ਕਿ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਰਿਵਿਊ ਦਾ ਮਤਲਬ ਇਹ ਨਹੀਂ ਕਿ ਵੈਪਨ ਕੋਈ ਆਪਾਂ ਐਨ ਬਲਕ ਰੱਦ ਕਰ ਦੇਣੇ ਆ। ਰਿਵਿਊ ਦਾ ਮਤਲਬ ਇਹ ਆ ਕਿ ਲਾਅ ਦੀਆਂ ਪ੍ਰੋਵੀਜ਼ਨਸ ਦੇ ਮੁਤਾਬਕ ਇਹ ਦੇਖਿਆ ਜਾਵੇ ਕਿ ਜਿਹੜੇ ਬੰਦੇ ਜਸਟੀਫਾਈ ਨਹੀਂ ਕਰ ਪਾ ਰਹੇ ਕਿ ਉਹਨਾਂ ਨੇ ਤਾਂ ਨਹੀਂ ਲਾਇਸੈਂਸ ਰੱਖੇ ਹੋਏ, ਤਦੇ ਤਾਂ ਰਿਵਿਊ ਆਪਾਂ ਕਹਿ ਰਹੇ ਹਾਂ, ਤਦੇ ਤਾਂ 3 ਮਹੀਨੇ ਦਾ ਟਾਈਮ ਹੈ। ਐਨ ਮਾਸ ਤਾਂ ਕੋਈ ਰੱਦ ਨਹੀਂ ਕੀਤੇ। ਰਿਵਿਊ 3 ਮਹੀਨੇ ਦਾ ਟਾਈਮ ਇਸੇ ਲਈ ਹੈ ਕਿ ਹਰ ਬੰਦਾ, ਜੇ ਕੋਈ ਇਹ ਬੰਦਾ ਹੈ ਉਹਦੇ ਕੋਲੇ ਵੈਪਨ ਆ, ਲਾਇਸੈਂਸ ਬਣਵਾਇਆ ਹੋਇਆ, ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਇਹ ਅਸੈਸ ਕਰਨਾ ਕਿ ਕੀ ਵਾਕਿਆ ਇਹਨੂੰ ਜ਼ਰੂਰਤ ਆ, ਕੀ ਇਹਦਾ ਮਿਸਯੂਜ਼ ਤਾਂ ਨਹੀਂ ਕਰ ਰਿਹਾ, ਕੀ ਇਹਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਐਕਸ਼ਨ ਤਾਂ ਨਹੀਂ ਬਣਦਾ, ਪਬਲਿਕ ਪੀਸ ਵਾਸਤੇ ਕੋਈ ਮਤਲਬ ਥ੍ਰੈਟ ਤਾਂ ਨਹੀਂ ਹੈਗਾ। ਉਹਦੀਆਂ ਪ੍ਰੋਵੀਜ਼ਨਸ ਆ, ਬਕਾਇਦਾ ਸੈਕਸ਼ਨ ਆ ਇੱਕ ਆਰਮਸ ਐਕਟ ਦੇ ਵਿੱਚ, ਉਹ ਸੈਕਸ਼ਨ ਦੇ ਅੰਡਰ ਕੁਝ ਪ੍ਰੋਵੀਜ਼ਨਸ ਆ। ਸੋ ਵੀ ਹੈਵ ਟੂ ਐਗਜ਼ਾਮਿਨ ਕਿ ਕੀ ਉਹਦੇ 'ਚ ਆਉਂਦਾ ਹੈ। ਜੇ ਉਹਦੇ 'ਚ ਆਉਂਦਾ ਹੈ ਦੈਨ ਸਸਪੈਂਡ ਹੋ ਸਕਦਾ ਹੈ, ਰਿਵੋਕ ਹੋ ਸਕਦਾ ਹੈ ਉਹਦਾ। ਜੇ ਉਹਦੇ 'ਚ ਨਹੀਂ ਆਉਂਦਾ, ਨਹੀਂ ਹੋਏਗਾ। ਜਿਹਨੂੰ ਵਾਕਿਆ ਥ੍ਰੈਟ ਹੈਗਾ ਹੈ ਐਂਡ ਉਹਨੇ ਲਾਇਸੈਂਸ ਬਣਵਾਇਆ, ਉਹਦਾ ਲਾਇਸੈਂਸ ਤਾਂ ਨਾ ਸਸਪੈਂਡ ਹੋਏਗਾ ਨਾ ਰਿਵੋਕ ਹੋਏਗਾ ਉਹਦਾ। ਸਰ, ਟੈਰਰ ਫੰਡਿੰਗ ਨੂੰ ਲੈ ਕੇ ਜੋ ਪੰਜਾਬ ਯੂਨੀਵਰਸਿਟੀ ਦਾ ਇੱਕ ਮੁੱਦਾ ਫੜਿਆ ਹੈਗਾ, ਕਹਿੰਦੇ ਗੋਲਡੀ ਬਰਾੜ ਦੇ ਨਾਲ ਉਹਦੇ ਕਨੈਕਸ਼ਨਸ ਹੈਗੇ ਆ। ਕੀ ਅਜਿਹੇ ਟੈਰਰ ਫੰਡਿੰਗ ਜੋ ਹੋਈ ਹੈ, ਪਹਿਲੇ ਵੀ ਕਹਿ ਰਹੇ ਅਥਵਾ ਗੈਂਗਸਟਰ ਮਿਲ ਕੇ ਫੰਡਿੰਗ ਕਰ ਰਹੇ ਨੇ ਤਾਂ ਜੋ ਪੰਜਾਬ ਦਾ ਨਹੀਂ, ਇਸ ਕੇਸ ਬਾਰੇ ਨਹੀਂ ਮੈਨੂੰ ਪਤਾ, ਬਟ ਟੈਰਰ ਫੰਡਿੰਗ ਤੇ ਤਾਂ ਲਾਅ ਬੜਾ ਕਲੀਅਰ ਹੈ। ਜੇ ਕੋਈ ਇਦਾਂ ਦੀ ਚੀਜ਼ ਐਸਟੈਬਲਿਸ਼ ਹੁੰਦੀ ਹੈ ਤਾਂ UAP ਐਕਟ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਉਸ ਚੀਜ਼ ਦੀ। ਸੋ ਉਹਦੀ ਡੈਫੀਨੇਸ਼ਨ ਦੇ ਵਿੱਚ ਆਉਣਾ ਚਾਹੀਦਾ ਜੀ। ਦੇਖੋ, ਕਾਨੂੰਨ ਮੁਤਾਬਕ ਜਦੋਂ ਆਪਾਂ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਕਰਨੀ ਹੈ, ਉਹ ਕਿਸੇ ਐਕਟ ਦੀ ਧਾਰਾ ਦੇ ਅੰਡਰ ਆਉਣਾ ਚਾਹੀਦਾ ਹੈ, ਡੈਫੀਨੇਸ਼ਨ 'ਚ ਆਉਣਾ ਚਾਹੀਦਾ ਹੈ।
ਚਾਹੇ ਉਹ ਆਈਪੀਸੀ ਚ ਆਵੇ ਚਾਹੇ ਕਿਸੇ ਸਪੈਸੀਫਿਕ ਪਰਟੀਕੂਲਰ ਲਾਅ ਚ ਆਵੇ, ਉਹਦੇ ਅੰਡਰ ਆਏਗਾ ਤਾਂ ਕਾਰਵਾਈ ਹੋਏਗੀ ਉਹਦੇ ਵਿੱਚ। ਜਿਹਦੇ ਦੀ ਗੱਲਬਾਤ ਕਰ ਲਈਏ, ਬੱਬੂ ਮਾਨ ਨੂੰ ਥ੍ਰੈਟ ਕਾਲ ਆਉਂਦੀ ਹੈ, ਉਸ ਤੋਂ ਬਾਅਦ ਰੱਖਿਆ ਉਹਨਾਂ ਦੀ ਵਧਾਈ ਜਾਂਦੀ ਹੈ, ਤਾਂ ਉਸ ਮਾਮਲੇ ਦੇ ਵਿੱਚ ਕੁਝ ਕਲੀਅਰ ਹੋਇਆ ਕਿ ਮੇਰੇ ਨੌਲੇਜ ਐਸ ਸੱਚ ਇੰਨੀ ਡਿਟੇਲਸ ਨਹੀਂ ਹੈਗੀ। ਉਹ ਤਾਂ ਜਿਹੜੇ ਵੀ ਬੰਦੇ ਨੂੰ ਹੋਏਗਾ ਨੈਚੁਰਲੀ ਪੁਲਿਸ ਡਿਊਟੀ ਬਾਉਂਡ ਆ ਉਹਦੀ ਪ੍ਰੋਟੈਕਸ਼ਨ ਵਾਸਤੇ। ਠੀਕ ਹੈ।